ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਮੌर्य ਵੰਸ਼ ਤੇ ਸ਼ੁੰਗ ਵੰਸ਼ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਆਪਾਂ ਮੇਨਲੀ ਜਿਹੜੀ ਅੱਜ ਗੱਲ ਕਰਨੀ ਹੈਗੀ ਉਹ ਮੌर्य ਵੰਸ਼ ਦੇ ਨਾਲ ਸੰਬੰਧਿਤ ਜਿਹੜੀ ਕਲਾ ਦੇ ਭਵਨ ਨਿਰਮਾਣ ਦੇ ਬਾਰੇ ਵਿੱਚ ਗੱਲ ਕਰਨੀ ਹੈਗੀ ਹੈ। ਤੇ ਨਾਲ ਹੀ ਆਪਾਂ ਗੱਲ ਕਰਾਂਗੇ ਸ਼ੁੰਗ ਵੰਸ਼ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੇ ਪੁਸ਼ਯਮਿੱਤਰ ਸ਼ੁੰਗ ਹੋਏ ਨੇ ਤੇ ਉਹਨਾਂ ਦੇ ਬਾਰੇ ਵਿੱਚ ਗੱਲ ਕਰਾਂਗੇ। ਤੇ ਨਾਲ ਹੀ ਆਪਾਂ ਗੱਲ ਕਰਾਂਗੇ ਉਹਨਾਂ ਦੁਆਰਾ ਜਿਹੜੇ ਯੱਗ ਵਗੈਰਾ ਕਰਵਾਏ ਗਏ ਸੀਗੇ। ਤੇ ਇਹਦੇ ਵਿੱਚ ਆਪਾਂ ਜਿਹੜਾ ਪਹਿਲਾਂ ਅੱਜ ਦੇਖਾਂਗੇ ਜਿਹੜਾ ਮੌर्य ਸਾਮਰਾਜ ਦੇ ਨਾਲ ਸੰਬੰਧਿਤ ਕਲਾ ਤੇ ਭਵਨ ਨਿਰਮਾਣ ਦੇ ਬਾਰੇ ਵਿੱਚ। ਜਿਹੜੇ ਮੌर्य ਸਮਰਾਟ ਹੋਏ ਨੇ ਉਹਨਾਂ ਨੂੰ ਕਲਾ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਪਿਆਰ ਸੀਗਾ। ਤੇ ਉਸ ਤੋਂ ਬਾਅਦ ਜੇ ਆਪਾਂ ਵੇਖੀਏ ਮੇਨਲੀ ਜੇ ਗੱਲ ਕਰੀਏ ਤਾਂ ਆਪਾਂ ਚੰਦਰਗੁਪਤ ਦੇ ਬਾਰੇ ਵਿੱਚ। ਤਾਂ ਉਹਨਾਂ ਦਾ ਜਿਹੜਾ ਮਹਿਲ ਉਹਨਾਂ ਦਾ ਬਣਾਇਆ ਗਿਆ ਸੀ ਉਹ ਜਿਹੜਾ ਬਹੁਤ ਹੀ ਜ਼ਿਆਦਾ ਵਿਸ਼ਾਲ ਸੀਗਾ ਆਕਾਰ ਦੇ ਵਿੱਚ। ਤੇ ਮੈਗਸਥਨੀਜ਼ ਨੇ ਕਿਹਾ ਕਿ ਜਿਹੜਾ ਇਹ ਮਹਿਲ ਹੈਗਾ ਇਹ ਬਹੁਤ ਹੀ ਜ਼ਿਆਦਾ ਸੁੰਦਰ ਸੀਗਾ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਜਿਹੜੇ ਅਸ਼ੋਕ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਉਹਨਾਂ ਦੁਆਰਾ ਜਿਹੜਾ ਸਤੂਪਾਂ ਦਾ ਨਿਰਮਾਣ ਕਰਵਾਇਆ ਗਿਆ ਸੀ। ਤੇ ਉਹ ਵੀ ਜਿਹੜੇ ਬਹੁਤ ਜ਼ਿਆਦਾ ਸੁੰਦਰ ਜਿਹੜੇ ਸੀਗੇ ਕਲਾ ਦੇ ਪੱਖੋਂ। ਤੇ ਇਹਦੇ ਵਿੱਚ ਆਪਾਂ ਮੇਨ ਅੱਜ ਗੱਲ ਕਰਾਂਗੇ ਸਾਂਚੀ ਦੇ ਸਤੂਪ ਦੇ ਬਾਰੇ ਵਿੱਚ ਜਿਹੜਾ ਕਿ MP ਦੇ ਵਿੱਚ ਬਣਿਆ ਹੋਇਆ ਹੈਗਾ ਹੈ। ਤੇ ਇਹ ਜਿਹੜਾ ਸਾਂਚੀ ਦੇ ਸਤੂਪ ਆਪਾਂ ਚਿੱਤਰ ਦਾ ਦੇਖ ਸਕਦੇ ਹਾਂ। ਇਹਦੇ ਵਿੱਚ ਜਿਹੜਾ ਸਾਂਚੀ ਦਾ ਸਤੂਪ ਹੈਗਾ ਹੈ ਤੇ ਇਹਦੇ ਸਾਹਮਣੇ ਜਿਸ ਨੂੰ ਅੱਜ ਕੱਲ੍ਹ ਆਪਾਂ ਇਹਨੂੰ ਗੇਟ ਜਾਂ ਮੇਨ ਗੇਟ ਬੋਲਦੇ ਹੈਗੇ ਆ। ਤੇ ਇਹ ਉਸ ਟਾਈਮ ਤੇ ਜਿਹੜੇ ਜਾਂ ਅੱਜ ਕੱਲ੍ਹ ਵੀ ਗੱਲ ਕਰੀਏ ਤਾਂ ਬੁੱਧਿਜ਼ਮ ਵਾਲੇ ਇਸ ਚੀਜ਼ ਲਈ ਜਿਹੜਾ ਤੋਰਨ ਸ਼ਬਦ ਦਾ ਪ੍ਰਯੋਗ ਕਰਦੇ ਨੇ। ਤੇ ਨਾਲ ਹੀ ਇੱਕ ਜਿਹੜਾ ਹੋਰ ਆਪਾਂ ਨੂੰ ਤੋਰਨ ਇੱਥੇ ਵੀ ਦੇਖਣ ਨੂੰ ਮਿਲਦਾ ਹੈ। ਤੇ ਇਸ ਤੋਂ ਇਲਾਵਾ ਜੇ ਵੇਖੀਏ ਤਾਂ ਜਿਹੜੀ ਇਹ ਵਾਲੀ ਚੀਜ਼ ਹੈਗੀ ਹੈ ਇਹਨੂੰ ਰੇਲਿੰਗ ਬੋਲਿਆ ਜਾਂਦਾ ਹੈ। ਤੇ ਉੱਪਰ ਵੀ ਹੈਗੀ ਹੈ। ਤੇ ਇਹ ਜਿਹੜਾ ਇਸ ਦੀ ਵਿੱਚ ਦੀ ਜਿਹੜਾ ਅੰਦਰ ਜਿਹੜਾ ਜਾਣ ਵਾਲੀ ਜਗ੍ਹਾ ਹੈਗੀ ਹੈ ਜਿਹਦੇ ਵਿੱਚ ਦੀ ਤੁਰ ਕੇ ਜਿਹੜਾ ਲੋਕ ਪਰਿਕਰਮਾ ਕਰਦੇ ਇਸ ਨੂੰ ਜਾਂ ਪਰਿਕਰਮਾ ਪਥ ਜਾਂ ਫਿਰ ਦਕਸ਼ਨਾ ਪਥ ਵੀ ਬੋਲਿਆ ਜਾਂਦਾ ਹੈ। ਜਿਹੜੇ ਉਸ ਟਾਈਮ ਦੇ ਭਿਕਸ਼ੂ ਸੀ ਜਾਂ ਨਿਰਗੁਣ ਸੰਪਰਦਾਇ ਸੀਗੇ ਉਹਦੇ ਵਿੱਚ ਵੀ ਜਿਹੜਾ ਉਹਨਾਂ ਦੇ ਲਈ ਜਿਹੜਾ ਬਿਹਾਰ ਦੇ ਵਿੱਚ ਨਾਗਾਰਜੁਨ ਅਤੇ ਬਾਰਬਰਾ ਦੇ ਜਿਹੜੇ ਪਹਾੜਾਂ ਦੇ ਵਿੱਚ ਗੁਫਾਵਾਂ ਦਾ ਨਿਰਮਾਣ ਕਰਵਾਇਆ ਗਿਆ ਸੀ। ਤੇ ਜਿਹੜੀਆਂ ਗੁਫਾਵਾਂ ਸੀਗੀਆਂ ਇਹ ਵੀ ਬਹੁਤ ਸੁੰਦਰ ਜਿਹੜੀਆਂ ਸੀਗੀਆਂ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਤੂਪਾਂ ਦੇ ਬਾਰੇ ਸਤੰਭਾਂ ਦੇ ਬਾਰੇ ਵਿੱਚ ਤਾਂ ਜਿਹੜੇ ਅਸ਼ੋਕ ਦੇ ਦੁਆਰਾ ਜਿਹੜੇ ਬਹੁਤ ਹੀ ਵਧੀਆ ਜਿਹੜੇ ਸਤੰਭਾਂ ਦਾ ਨਿਰਮਾਣ ਵੀ ਕਰਾਇਆ ਗਿਆ ਸੀ। ਤੇ ਆਪਾਂ ਦੇਖ ਸਕਦੇ ਹਾਂ ਚਿੱਤਰ ਜਿਹੜਾ ਹੈਗਾ ਇਹ ਬਾਰਬਰਾ ਦੀਆਂ ਗੁਫਾਵਾਂ ਦਾ ਆਪਣੇ ਕੋਲੇ ਮੌਜੂਦ ਹੈਗਾ ਹੈ। ਜੇ ਚੁਨਾਰ ਦੇ ਬਣੇ ਹੋਏ ਪੱਥਰ ਦੇ ਜਿਹੜੇ ਸਤੰਭ ਦੀ ਗੱਲ ਕਰੀਏ ਤਾਂ ਜਿਹੜਾ 34 ਫੁੱਟ ਉੱਚਾ ਹੈਗਾ ਹੈ। ਤੇ ਇਹਦੇ ਵਿੱਚ ਜਿਹੜਾ ਬਹੁਤ ਹੀ ਵਧੀਆ ਪਾਲਿਸ਼ ਜਿਹੜਾ ਕੀਤਾ ਗਿਆ ਹੈ ਅੰਦਰੋਂ ਦੇ ਸ਼ੀਸ਼ੇ ਵਾਂਗ ਜਿਹੜਾ ਚਮਕਦਾ ਹੋਇਆ ਜਿਹੜਾ ਨਜ਼ਰ ਆਉਂਦਾ ਹੈਗਾ। ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਤੰਭਾਂ ਦੇ ਉੱਪਰ ਜਿਹੜੇ ਬੈਲ ਹਾਥੀ ਦੇ ਸ਼ੇਰ ਵਗੈਰਾ ਦੇ ਚਿੱਤਰ ਵੀ ਜਿਹੜੇ ਆਪਾਂ ਨੂੰ ਜਾਂ ਮੂਰਤੀਆਂ ਵਗੈਰਾ ਬਣੀਆਂ ਹੋਈਆਂ ਆਪਾਂ ਨੂੰ ਦਿਖਦੀਆਂ ਨੇ। ਤੇ ਇਹ ਜਿਹੜਾ ਅਸ਼ੋਕ ਦੇ ਦੁਆਰਾ ਬਣਾਇਆ ਗਿਆ ਸਤੰਭ ਹੈਗਾ ਹੈ ਤੇ ਇਹਦੇ ਉੱਪਰ ਵੀ ਜਿਹੜਾ ਸ਼ੇਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਸਾਰਨਾਥ ਦੇ ਵਿੱਚੋਂ ਇੱਕ ਸ਼ੇਰ ਦੀ ਮੂਰਤੀ ਜੇ ਆਪਾਂ ਗੱਲ ਕਰੀਏ ਤਾਂ ਪ੍ਰਾਪਤ ਹੋਈ ਹੈਗੀ ਹੈ। ਤੇ ਇਹਦੇ ਵਿੱਚ ਜਿਹੜਾ ਅੱਜ ਕੱਲ੍ਹ ਭਾਰਤ ਦਾ ਰਾਸ਼ਟਰੀ ਚਿੰਨ੍ਹ ਮੰਨਿਆ ਜਾਂਦਾ ਹੈ। ਤੇ ਇਹਦੇ ਵਿੱਚ ਚਿੱਤਰ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਇਹ ਮੂਰਤੀ ਹੈਗੀ ਇਹਦੇ ਵਿੱਚ ਜਿਹੜੇ 4 ਸ਼ੇਰ ਆਪਾਂ ਨੂੰ ਦਿਖਾਈ ਦੇ ਰਹੇ ਨੇ, 1 2 3 ਤੇ ਇੱਕ ਪਿੱਛੇ ਹੋ ਗਏ। ਤੇ ਇਹ ਜਿਹੜੇ ਸ਼ੇਰ ਹੈਗੇ ਨੇ ਆਪਸ ਜਿਹੜਿਆਂ ਪਿੱਠ ਨਾਲ ਪਿੱਠ ਜੋੜ ਕੇ ਬੈਠੇ ਹੋਏ ਦਿਖਾਈ ਦਿੰਦੇ ਨੇ। ਤੇ ਇਹ ਜਿਹੜਾ ਸਾਰਨਾਥ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਜਿਹੜਾ ਸਤੰਭਾਂ ਦੇ ਉੱਪਰ ਅਸ਼ੋਕ ਦੇ ਦੁਆਰਾ ਜਿਹੜੇ ਲੇਖ ਖੁਦਵਾਏ ਗਏ ਨੇ ਇਹ ਵੀ ਜਿਹੜਾ ਕਲਾ ਦੇ ਪੱਖੋਂ ਜਿਹੜੇ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਨਮੂਨਾ ਪੇਸ਼ ਕਰਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਨੇ ਯਕਸ਼ ਤੇ ਯਕਸ਼ਣੀਆਂ ਹੋਈਆਂ ਨੇ ਉਹਨਾਂ ਦੀਆਂ ਜਿਹੜੀਆਂ ਮੂਰਤੀਆਂ ਵੀ ਬਹੁਤ ਜਿਹੜੀਆਂ ਪ੍ਰਾਪਤ ਹੋਈਆਂ ਨੇ। ਜੇ ਆਪਾਂ ਗੱਲ ਕਰੀਏ ਪਟਨਾ ਦੇ ਵਿੱਚ ਦੀਦਾਰਗੰਜ ਨਾਮਕ ਸਥਾਨ ਤੋਂ ਇੱਕ ਜਿਹੜਾ ਮੋਢੇ 'ਤੇ ਚੋਰੀ ਚੁੱਕੀ ਜਾ ਰਹੀ ਜਿਹੜੀ ਯਕਸ਼ਣੀ ਦੀ ਮੂਰਤੀ ਵੀ ਪ੍ਰਾਪਤ ਹੋਈ ਹੈਗੀ ਜਿਹੜੀ ਕਿ ਕਲਾ ਦੇ ਪੱਖੋਂ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਉਦਾਹਰਨ ਹੈਗੀ ਹੈ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੌर्य ਸਾਮਰਾਜ ਦੇ ਪਤਨ ਦੀ ਤਾਂ ਇਸ ਟਾਈਮ ਤੇ ਜਿਹੜੇ ਮੌर्य ਸਾਮਰਾਜ ਸੀਗਾ ਅਸ਼ੋਕ ਤੋਂ ਬਾਅਦ ਜਿਹੜਾ ਅੱਗੇ ਚੱਲ ਕੇ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਜਾਂਦਾ ਹੈ। ਤੇ ਇਹਦੇ ਪਿੱਛੇ ਜਿਹੜਾ ਕਾਰਨ ਹੈਗਾ ਉਸ ਟਾਈਮ ਦੇ ਜਿਹੜੇ ਅਸ਼ੋਕ ਦੇ ਉੱਤਰਾਧਿਕਾਰੀ ਹੋਏ ਨੇ ਉਹਨਾਂ ਤੋਂ ਅੱਗੇ ਚੱਲ ਕੇ ਜਿਹੜੇ ਵੀ ਰਾਜੇ ਹੋਏ ਨੇ ਉਹ ਜਿਹੜੇ ਕਮਜ਼ੋਰ ਸੀਗੇ ਤੇ ਜਿਹੜੇ ਕਿ ਆਪਣੇ ਸਾਮਰਾਜ ਨੂੰ ਬਚਾ ਕੇ ਨਹੀਂ ਰੱਖ ਸਕੇ। ਇਸ ਤਰ੍ਹਾਂ ਜੇ ਆਪਾਂ ਦੂਸਰੇ ਕਾਰਨ ਦੀ ਗੱਲ ਕਰੀਏ ਤਾਂ ਜਿਹੜਾ ਅਸ਼ੋਕ ਤੇ ਚੰਦਰਗੁਪਤ ਮੌर्य ਦੁਆਰਾ ਜਿਹੜਾ ਸੜਕਾਂ ਦਾ ਜਾਲ ਵਿਛਾਇਆ ਜਾਂਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਸੀ। ਤੇ ਅੱਗੇ ਚੱਲ ਕੇ ਜਿਹੜਾ ਇਹ ਸਮਾਪਤੀ ਦੀ ਦਿਸ਼ਾ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਜਿਸ ਦੇ ਚੱਲਦੇ ਵਪਾਰ ਤੇ ਜਿਹੜਾ ਦੂਸਰੇ ਪ੍ਰਾਂਤਾਂ ਦੇ ਨਾਲ ਵਪਾਰ ਤੇ ਜਿਹੜਾ ਆਪਸੀ ਸੰਬੰਧ ਹੈਗਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਇਸ ਦੇ ਨਾਲ ਹੀ ਜਿਹੜੀ ਆਮਦਨੀ ਹੈਗੀ ਹੈ ਸਰਕਾਰ ਨੂੰ ਜੋ ਵਪਾਰ ਦੇ ਕਰ ਤੋਂ ਜਿਹੜੀ ਆਮਦਨੀ ਪ੍ਰਾਪਤ ਹੁੰਦੀ ਸੀ ਉਹ ਜਿਹੜੀ ਪ੍ਰਾਪਤ ਹੋਣੀ ਘੱਟ ਜਾਂਦੀ। ਤੇ ਇਸ ਦੇ ਨਾਲ ਜਿਹੜਾ ਸੈਨਾ ਦਾ ਪ੍ਰਬੰਧ ਜਿਹੜਾ ਚਲਾਉਣਾ ਉਹਨਾਂ ਲਈ ਔਖਾ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਤੀਜੇ ਕਾਰਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੇ ਅਫਸਰ ਸੀਗੇ ਉਹ ਭ੍ਰਿਸ਼ਟਾਚਾਰ ਤੇ ਖੁਦਮੁਖਤਾਰ ਹੋ ਗਏ ਤੇ ਜਿਸ ਦੇ ਚੱਲਦੇ ਜਿਹੜਾ ਸਾਮਰਾਜ ਪਤਨ ਵੱਲ ਚਲਾ ਜਾਂਦਾ ਹੈਗਾ। ਤੇ ਇਸ ਦੇ ਨਾਲ ਜਿਹੜਾ ਪ੍ਰਸ਼ਾਸਨ ਪ੍ਰਬੰਧ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਫੇਲ ਹੋ ਜਾਂਦਾ ਹੈ। ਤੇ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਜਦੋਂ ਇੱਕ ਰਾਜਾ ਕਮਜ਼ੋਰ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਅਫਸਰ ਹੁੰਦੇ ਨੇ ਜਾਂ ਆਪਾਂ ਮੰਤਰੀਆਂ ਦੀ ਗੱਲ ਕਰੀਏ ਤਾਂ ਉਹ ਜਿਹੜੇ ਸਿਰ ਚੁੱਕਣਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਸ਼ੁਰੂ ਕਰ ਦਿੰਦੇ ਨੇ। ਜਿਸ ਦੇ ਚੱਲਦੇ ਜਿਹੜਾ ਸਾਮਰਾਜ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਵੱਧ ਜਾਂਦਾ ਹੈ। ਤੇ ਨਾਲ ਹੀ ਜਿਹੜਾ ਜਿਹੜਾ ਰਾਜਾ ਹੈਗਾ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਇਸ ਦੇ ਨਾਲ ਜਿਹੜਾ ਸਾਮਰਾਜ ਹੈਗਾ ਉਹ ਪਤਨ ਵੱਲ ਆਸਾਨੀ ਨਾਲ ਚਲਾ ਹੀ ਜਾਂਦਾ ਹੈ। ਜੇ ਆਪਾਂ ਚੌਥੇ ਕਾਰਨ ਦੀ ਗੱਲ ਕਰੀਏ ਤਾਂ ਜਿਹੜਾ ਮੌर्य ਵੰਸ਼ ਦਾ ਜਿਹੜਾ ਆਖਰੀ ਸ਼ਾਸਕ ਹੈਗਾ ਹੈ ਬ੍ਰਿਹਦਰਥ ਉਹਦੀ 184 ਈਸਵੀ ਦੇ ਵਿੱਚ ਜਿਹੜਾ ਪੁਸ਼ਯਮਿੱਤਰ ਸ਼ੁੰਗ ਦੇ ਦੁਆਰਾ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ। ਤੇ ਇਸ ਦੇ ਨਾਲ ਜਿਹੜਾ ਮੌर्य ਵੰਸ਼ ਹੈਗਾ ਉਹਦਾ ਪਤਨ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸ਼ੁੰਗ ਵੰਸ਼ ਦੇ ਬਾਰੇ ਵਿੱਚ। ਤੇ ਸ਼ੁੰਗ ਵੰਸ਼ ਜਿਹੜਾ ਹੈਗਾ ਇਸ ਦਾ ਜਿਹੜਾ ਸੰਸਥਾਪਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਪੁਸ਼ਯਮਿੱਤਰ ਸ਼ੁੰਗ ਹੈਗਾ ਜਿਹੜਾ ਕਿ
ਆਖਰੀ ਮੌਰੀਆ ਸਮਰਾਟ ਬ੍ਰਿਹਦਰਥ ਦਾ ਕਤਲ ਕਰਕੇ ਜਿਹੜਾ 184 ਈਸਵੀ ਦੇ ਵਿੱਚ ਜਿਹੜਾ ਰਾਜਗੱਦੀ ਹੈਗਾ ਉਹਨੂੰ ਹਥਿਆ ਲੈਂਦਾ ਹੈ ਤੇ ਇਸ ਤੋਂ ਬਾਅਦ ਜਿਹੜਾ ਇਹ ਸ਼ੁੰਗ ਵੰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਪੁਸ਼ਯਮਿੱਤਰ ਸ਼ੁੰਗ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਬਹੁਤ ਹੀ ਜ਼ਿਆਦਾ ਪਾਵਰਫੁਲ ਸ਼ਾਸਕ ਹੋਇਆ ਹੈ ਤੇ ਉਸਨੇ ਜਿਹੜੀਆਂ ਬਹੁਤ ਸਾਰੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜਿਹੜਾ ਇੱਕ ਯੂਨਾਨੀ ਹਮਲਾਵਰ ਸੀਗਾ ਮਿਨਾਂਦਰ, ਜਿਹਨੂੰ ਮਿਨਾਂਡਰ ਵੀ ਬੋਲਿਆ ਜਾਂਦਾ ਹੈਗਾ, ਇਸਨੇ ਭਾਰਤ ਦੇ ਉੱਪਰ ਹਮਲਾ ਕੀਤਾ ਸੀ ਤੇ ਜਿਸ ਨੂੰ ਜਿਹੜਾ ਉਹਦਾ ਮੁਕਾਬਲਾ ਕਰਨ ਦੇ ਲਈ ਜਿਹੜਾ ਪੁਸ਼ਯਮਿੱਤਰ ਸ਼ੁੰਗ ਨੇ ਆਪਣੇ ਜਿਹੜੇ ਪੋਤਰੇ ਵਸ਼ੂਮਿੱਤਰ ਨੂੰ ਯੂਨਾਨੀਆਂ ਦਾ ਹਮਲਾ ਕਰਨ ਲਈ ਭੇਜਿਆ ਸੀ। ਤੇ ਉਸਨੇ ਜਿਹੜੇ ਯੂਨਾਨੀ ਹੈਗੇ ਨੇ, ਜਾਂ ਆਪਾਂ ਮਿਨਾਂਦਰ ਦੀ ਗੱਲ ਕਰੀਏ ਤਾਂ ਉਸਨੂੰ ਸਿੰਧ ਨਦੀ ਦੇ ਕੰਢੇ ਤੱਕ ਹਰਾਇਆ ਵੀ ਗਿਆ ਸੀਗਾ ਜਿਹੜਾ ਵਸ਼ੂਮਿੱਤਰ ਦੇ ਦੁਆਰਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਪੁਸ਼ਯਮਿੱਤਰ ਨੇ 2 ਜਿਹੜੇ ਯੱਗ ਕਰਵਾਏ ਸੀ, ਅਸ਼ਵਮੇਧ ਯੱਗ ਜਿਹਨਾਂ ਨੂੰ ਬੋਲਿਆ ਜਾਂਦਾ ਹੈਗਾ। ਤੇ ਜਿਹੜੇ ਅਸ਼ਵਮੇਧ ਯੱਗ ਜੇ ਆਪਾਂ ਉਦਾਹਰਨ ਦੇ ਤੌਰ ਤੇ ਵੇਖੀਏ ਤਾਂ ਜਿਹੜਾ ਰਮਾਇਣ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਏ, ਜਿਹੜਾ ਰਾਮ ਹੈਗਾ ਏ ਉਹਨਾਂ ਦੇ ਦੁਆਰਾ ਜਿਹੜਾ ਘੋੜਾ ਛੱਡਿਆ ਜਾਂਦਾ ਹੈ ਤੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ 2 ਪੁੱਤਰ ਹੈਗੇ ਨੇ ਲਵ ਤੇ ਕੁਸ਼, ਉਹਨਾਂ ਦੁਆਰਾ ਉਸ ਘੋੜੇ ਨੂੰ ਫੜਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਜੋ ਵੀ ਸਥਿਤੀ ਬਣਦੀ ਹੈਗੀ ਜਾਂ ਉਸੇ ਤਰ੍ਹਾਂ ਦਾ ਜਿਹੜਾ ਇਹ ਵਾਲਾ ਯੱਗ ਜਿਹੜੇ ਸੀਗੇ ਪੁਸ਼ਯਮਿੱਤਰ ਦੇ ਦੁਆਰਾ ਜਿਹੜੇ 2 ਯੱਗ ਕਰਵਾਏ ਜਾਂਦੇ ਹੈਗੇ ਨੇ। ਇਸ ਤੋਂ ਇਲਾਵਾ ਜੇ ਆਪਾਂ ਪੁਸ਼ਯਮਿੱਤਰ ਦੀ ਇਤਿਹਾਸਕਤਾ ਦੀ ਗੱਲ ਕਰੀਏ ਤਾਂ ਇਸ ਦੇ ਜਿਹੜਾ ਸਬੂਤ ਹੈਗਾ ਏ ਉਹ ਬਰਹੂਤ ਦੇ ਵਿੱਚ ਜਿਹੜਾ ਸਤੂਪ ਪ੍ਰਾਪਤ ਹੋਇਆ ਹੈ ਤੇ ਉਹ ਇਹ ਸਿਰਫ ਜਿਹੜਾ ਹੈਗਾ ਏ ਪੁਸ਼ਯਮਿੱਤਰ ਦੇ ਨਾਲ ਸੰਬੰਧਿਤ ਹੈਗਾ ਏ, ਪੁਸ਼ਯਮਿੱਤਰ ਦੇ ਟਾਈਮ ਤੇ ਹੀ ਬਣਿਆ ਹੋਇਆ ਹੈਗਾ ਤੇ ਐਮਪੀ ਦੇ ਵਿੱਚੋਂ ਪ੍ਰਾਪਤ ਹੋਇਆ ਹੈਗਾ ਤੇ ਇਸ ਦੇ ਨਾਲ ਹੀ ਜਿਹੜੀ ਇਹਦੀ ਇਤਿਹਾਸਕਤਾ ਜਿਹੜੀ ਪ੍ਰਮਾਣਿਤ ਹੁੰਦੀ ਹੈਗੀ ਹੈ। ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਕਿ ਪੁਸ਼ਯਮਿੱਤਰ ਸ਼ੁੰਗ ਤੋਂ ਬਾਅਦ ਜਿਹੜਾ ਰਾਜਗੱਦੀ ਦੇ ਉੱਪਰ ਬੈਠਦਾ ਹੈ ਤਾਂ ਉਹ ਜਿਹੜਾ ਪੁਸ਼ਯਮਿੱਤਰ ਦਾ ਪੁੱਤਰ ਹੈਗਾ ਏ ਅਗਨੀਮਿੱਤਰ, ਉਹ ਰਾਜਾ ਬਣਦਾ ਹੈਗਾ ਏ ਤੇ ਇਸ ਦੇ ਨਾਲ ਹੀ ਜਿਹੜਾ ਅੱਗੇ ਚੱਲ ਕੇ ਹੌਲੀ ਹੌਲੀ ਜਿਹੜਾ ਇਹ ਸਾਮਰਾਜ ਹੈਗਾ ਇਹਦਾ ਵੀ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਆਪਾਂ ਇਹਦੇ ਪਤਨ ਦੇ ਪਿੱਛੇ ਦੀ ਕਾਰਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਮੱਧ ਏਸ਼ੀਆ ਦੇ ਜਿਹੜੇ ਹਮਲਾਵਰ ਸੀਗੇ, ਵਿਦੇਸ਼ੀ ਹਮਲਾਵਰ ਜਿਹੜੇ ਆਏ ਨੇ ਭਾਰਤ ਦੇ ਵਿੱਚ, ਜਿਨ੍ਹਾਂ ਵਿੱਚ ਸ਼ਕ, ਪੱਲਵ ਤੇ ਜਿਹੜੇ ਕੁਸ਼ਾਣ ਮੇਨ ਸੀਗੇ, ਇਹਨਾਂ ਦੇ ਹਮਲਿਆਂ ਦੇ ਚੱਲਦੇ ਜਿਹੜਾ ਇਹ ਸਾਮਰਾਜ ਹੈਗਾ ਇਹ ਹੌਲੀ ਹੌਲੀ ਜਿਹੜਾ ਪਤਨ ਦੇ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਇਸ ਦੇ ਨਾਲ ਹੀ ਜਿਹੜੀ ਇਹ ਵੀਡੀਓ ਅੱਜ ਦੀ ਜਿਹੜੀ ਹੈਗੀ ਹੈ ਉਹ ਸਮਾਪਤ ਹੁੰਦੀ ਹੈ। ਉਮੀਦ ਹੈ ਤੁਹਾਨੂੰ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।